ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਗ ਸੋਰਠ ਬਾਣੀ ਭਗਤ ਨਾਮਦੇਵ ਜੀ ਕੀ। ਘਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਜਬ ਦੇਖਾਂ ਤਬ ਗਾਵਾਂ ਤੋ ਜਨ ਧੀਰਜ ਪਾਵਾਂ। ਨਾਦ ਸਮਾਏ ਲੋਰੇ ਸਤਿਗੁਰੂ ਭੇਟ ਲੈ ਦੇਵਾ ਰਹਾਉ। ਜਹ ਚਿਲ ਮਿਲ ਕਾਰ ਦਿਸੰਤਾ ਤੈ ਅਨਹਦ ਸ਼ਬਦ ਬਜੰਤਾ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ ਚਮਕਾਰ ਵੀਜਲ ਤਹੀਂ। ਨੇਰੇ ਨਾਹੀ ਦੂਰ ਨਿਜ ਆਤਮੇ ਰਹਾ ਭਰਪੂਰ। ਜਹ ਅਨਹਤ ਸੂਰਯਰਾ ਤਹ ਦੀਪਕ ਜਲੇ ਸੰਸਾਰਾ। ਗੁਰ ਪ੍ਰਸਾਦੀ ਜਾਣਿਆ ਜਨ ਨਾਮਾ ਸਹਿਜ ਸਮਾਨਿਆ। ਜਬ ਦੇਖਾਂ ਤਬ ਗਾਵਾਂ। ਬਾਣੀ ਗੁਰੂ ਭਗਤ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੋ ਸਾਨੂੰ ਲੋਕ ਤੇ ਪਰਲੋਕ ਬਾਰੇ ਸਮਝਾ ਰਹੇ ਨੇ, ਉਹ ਦੇਖ ਕੇ ਸਮਝਾ ਰਹੇ ਨੇ। ਜੋ ਉਹਨਾਂ ਨੇ ਦੇਖਿਆ ਪਰਲੋਕ ਭਾਵ ਸਾਡੀ ਸੰਸਾਰੀ ਜੀਵਾਂ ਦੀ ਮਨਬੁੱਧੀ ਦੀ ਪਕੜ ਤੋਂ ਪਰੇ, ਉਹਦੇ ਬਾਰੇ ਆਪਾਂ ਨੂੰ ਸਮਝਾਇਆ। ਜਿੱਥੋਂ ਆਤਮਾ ਟੁੱਟ ਕੇ ਆਈ ਹੈ, ਹਰ ਵਿਸਰਤ ਸਦਾ ਖੁਆਰੀ। ਇਹ ਵੀ ਜੀਵ ਦੀ ਖੁਆਰੀ ਕਿਵੇਂ ਖਤਮ ਹੋ ਸਕਦੀ ਹੈ, ਇਹ ਦੁੱਖਾਂ ਤੋਂ ਛੁਟਕਾਰਾ ਤਾਂ ਕਿਵੇਂ ਹੋ ਸਕਦਾ। ਆਪਾਂ ਜਪਜੀ ਸਾਹਿਬ ਵੀ ਰੋਜ਼ ਪੜ੍ਹਦੇ ਹਾਂ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਬਾਣੀ ਸਾਨੂੰ ਦੁੱਖ ਸਾਗਰ 'ਚੋਂ ਕੱਢ ਕੇ ਸੁੱਖ ਸਾਗਰ 'ਚ ਲੈ ਜਾਂਦੀ ਹੈ, ਪਰ ਅਸੀਂ ਦੁੱਖ ਸਾਗਰ 'ਚ ਹੀ ਸਾਰਾ ਕੁਝ ਭਾਲਦੇ ਹਾਂ। ਉਹ ਤਾਂ ਭਾਈ ਮ੍ਰਿਤ ਲੋਕ ਹੈ, ਆਪਾਂ ਨੂੰ ਛੱਡਣਾ ਪੈਣਾ। ਜਿਵੇਂ ਆਪਾਂ ਸੰਸਾਰੀ ਭਾਵ ਲਈਏ ਵੀ ਸੱਚ ਕੀ ਹੁੰਦਾ ਅਤੇ ਝੂਠ ਕੀ ਹੁੰਦਾ। ਕਹਿੰਦੇ ਝੂਠ ਹੈ ਜੋ ਕੰਨਾਂ ਨਾਲ ਸੁਣਿਆ, ਸੱਚ ਉਹ ਜੋ ਅੱਖਾਂ ਨਾਲ ਦੇਖਿਆ। ਪਰ ਅਸੀਂ ਸੰਸਾਰੀ ਜੀਵਾਂ ਪਿੱਛੇ ਲੱਗ ਜਾਂਦੇ ਹਾਂ, ਅਗਿਆਨਤਾ ਦੇ ਵਿੱਚ ਐਵੇਂ ਆਪਦਾ ਜੀਵਨ ਖਰਾਬ ਕਰਕੇ ਚਲੇ ਜਾਂਦੇ ਹਾਂ। ਬਾਣੀ ਜਾਗਦਿਆਂ ਦੀ ਹੈ ਭਾਈ, ਜਿਨ੍ਹਾਂ ਦੀ ਆਤਮਾ ਜਾਗਦੀਆਂ ਉਹ ਇਹਨੂੰ ਸਮਝਣਗੇ। ਉਹ ਆਤਮਾ ਆਪਣੀ ਕਿਵੇਂ ਜਾਗੂਗੀ। ਉੱਠ ਫਰੀਦਾ ਸੁੱਤਿਆ ਝਾੜੂ ਦੀ ਮਸੀਤ, ਤੂੰ ਸੁੱਤਾ ਰੱਬ ਜਾਗਦਾ ਤੇਰੀ ਡਾਢੇ ਨਾਲ ਪ੍ਰੀਤ। ਹੇ ਮਨਾ ਤੂੰ ਇੱਥੇ ਸੰਸਾਰ 'ਚ ਆ ਕੇ ਸੌਂ ਗਿਆ, ਕਿੰਨਾ ਕੁ ਚਿਰ। ਤਾਂ ਮ੍ਰਿਤ ਲੋਕ ਆਪਾਂ ਨੂੰ ਛੱਡਣਾ ਪੈਣਾ। ਕਹੋ ਕਬੀਰ ਤਬ ਹੀ ਨਰ ਜਾਗੇ ਜਬ ਜਮ ਕਾ ਡੰਡ ਮੂਡ ਮੇ ਲਾਗੇ। ਭਗਤ ਕਬੀਰ ਜੀ ਸਮਝਾਉਂਦੇ ਵੀ ਜਾਗਦਾ ਤਾਂ ਹੈ ਜੀਵ, ਪਰ ਜਦੋਂ ਉਹਨੂੰ ਸਰੀਰ 'ਚੋਂ ਕੱਢਦੇ ਨੇ। ਜਿਵੇਂ ਸੁੱਤੇ ਪਏ ਨੂੰ ਆਪਾਂ ਨੂੰ ਸੁਪਨਾ ਆਉਂਦਾ ਹੋਵੇ, ਕੋਈ ਜਗਾ ਦੇਵੇ, ਸੁਪਨਾ ਟੁੱਟ ਜਾਂਦਾ। ਇਵੇਂ ਆਪਾਂ ਨੂੰ ਇਹ ਸਰੀਰ ਜਿਹੜਾ ਹੈਗਾ, ਜਿਹਦੇ ਨਾਲ ਆਪਾਂ ਜੁੜੇ ਬੈਠੇ ਸੰਸਾਰ ਨਾਲ, ਕੂੜ ਰਾਜਾ ਕੂੜ ਪਰਜਾ, ਇਹਦੇ ਵਿੱਚ ਜਦੋਂ ਆਪਾਂ ਨੂੰ ਕੋਈ ਜਗਾ ਦੇਵੇ, ਬਾਣੀ 'ਚ ਗਾਉਂਦੀ ਹੈ ਭਾਈ ਗੁਰ ਕਿਰਪਾ ਤੈਸੇ ਜਨ ਜਾਗੇ ਬੋਲੇ ਅੰਮ੍ਰਿਤ ਬਾਣੀ। ਇਹ ਜਾਗਿਆਂ ਦੀ ਬਾਣੀ, ਆਪਾਂ ਵੀ ਜਾਗਣਾ ਵਾ, ਨਹੀਂ ਤਾਂ ਫਿਰ ਐਂ ਚਲੇ ਜਾਵਾਂਗੇ ਆਪਾਂ। ਸੁਣਨੇ ਕਰ ਕਾ ਪਾਉਣਾ ਜਿਉਂ ਆਵੇ ਤਿਉਂ ਜਾਵੇ। ਭਗਤ ਜੀ ਕਹਿੰਦੇ ਜਬ ਦੇਖਾ ਤਬ ਗਾਵਾਂ ਤੋ ਜਨ ਧੀਰਜ ਪਾਵਾਂ। ਫਿਰ ਧੀਰਜ ਮਨ ਟਿਕਦਾ ਹੈ ਜਦੋਂ ਕੁਛ ਦੇਖਦਾ ਹੈ। ਕਹੋ ਕਬੀਰ ਜਬ ਜਾਣਿਆ ਤਾਂ ਮਨ ਮਾਨਿਆ। ਫਿਰ ਮਨ ਮੰਨਦਾ ਨਹੀਂ, ਮਨ ਨਹੀਂ ਮੰਨਦਾ ਭਾਈ। ਅੱਗੇ ਭਗਤ ਜੀ ਕੀ ਸਮਝਾਉਂਦੇ ਆ। ਨਾਦ ਸਮਾਏ ਲੋਰੇ ਸਤਿਗੁਰ ਭੇਟ ਲੈ ਦੇਵਾ ਰਹਾਓ। ਨਾਦ ਜਿਵੇਂ ਸਿੱਧਾ ਨਾਲ ਗੋਸ਼ਟ ਹੋਈ ਸਤਿਗੁਰਾਂ ਦੀ, ਉਹ ਕਹਿੰਦੇ ਸਾਨੂੰ ਨਾਦ ਸਿੱਧਾ ਹੀ ਸੁਣਦਾ ਤਾਂ ਸਿੱਧਾ ਹੀ ਹੈ, ਪਰ ਭਾਈ ਇਹ ਕੰਨਾਂ ਨਾਲ ਥੋੜ੍ਹੀ ਸੁਣਦਾ। ਨਾਦ ਕੀ ਹੈ? ਨਾਮ, ਉਹੀ ਤਾਂ ਧੁਰ ਕੀ ਬਾਣੀ। ਉਹ ਆਪਾਂ ਨੂੰ ਅੰਦਰ ਜਾਣਾ ਪਊ ਇਹ ਦੇਹੀ ਦੇ ਵਿੱਚ। ਨੌਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੇ ਇਸਕਾ ਵਿਸਰਾਮ। ਸੁਨ ਸਮਾਧ ਤੇ ਅਨਹਦ ਨਾਦ। ਉਹ ਹੋਆ ਭਾਈ, ਫਿਰ ਉਹ ਬਿਆਨ ਤੋਂ ਪਰੇ ਹੈ। ਪਰ ਕੁਦਰਤ ਨੂੰ ਗੁਰੂ ਭਗਤ ਸਾਹਿਬਾਨਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਉਪਮਾ ਬਹੁਤ ਥੋੜ੍ਹ ਕਹੀ, ਕਹਿੰਦੀ ਉਪਮਾ ਤਾਂ ਉਹਦੀ ਬਹੁਤ ਹੈ, ਪਰ ਜਿੰਨੀ ਕੁ ਦਿੱਤੀ ਆਪਾਂ ਤੋਂ ਹੀ ਨਹੀਂ ਸਮਝੀ ਜਾਂਦੀ ਹੈਗੀ ਭਾਈ।
ਸਤਿਗੁਰ ਭੇਟ ਲੈ ਦੇਵਾ। ਨਾਦ ਦੇ ਵਿੱਚ ਸਮਾਉਣਾ ਆਪਾਂ, ਉਹ ਹੁਕਮ 'ਚ ਸਮਾਉਣਾ ਹੈ, ਉਹ ਨਾਮ 'ਚ ਸਮਾਉਣਾ। ਕਿਵੇਂ ਸਮਾਵਾਂਗੇ ਆਪਾਂ? ਇਹਦੀ ਖਾਤਰ ਆਪਾਂ ਨੂੰ 4 ਪਦਾਰਥਾਂ ਦੀ ਲੋੜ ਹੈ। 4 ਪਦਾਰਥ ਜੇ ਕੋ ਮੰਗੇ ਸਾਧ ਜਨਾਂ ਕੀ ਸੇਵਾ ਲਾਗੇ। ਸਾਧ ਜਨਾਂ ਦੀ ਬਾਣੀ ਹੈ। ਪਹਿਲਾਂ ਆਪਾਂ ਨੂੰ ਗੁਰ ਸ਼ਬਦ 'ਚੋਂ ਗਿਆਨ ਹੋਊ, ਫਿਰ ਦੂਜਾ ਮੁਕਤੀ। ਇਹ 2 ਪਦਾਰਥ ਆਪਣੀ ਝੋਲੀ 'ਚ ਪੈਣਗੇ, ਫਿਰ ਆਪਾਂ ਸੰਸਾਰ ਤੋਂ ਵਿਦਾ ਹੋਵਾਂਗੇ। ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲੋ, ਇਹ ਮਸਕਤ 'ਚੋਂ ਨਿਕਲ ਜਾਣਗੇ ਸਰੀਰ 'ਚ ਰਹਿੰਦੇ। ਫਿਰ ਧਿਆਨ ਕਰਕੇ ਅਸੀਂ ਦੇਵਲੋਕ ਚਲੇ ਜਾਂਦੇ, ਜਿਹਨੂੰ 10ਵਾਂ ਦੁਆਰ ਵੀ ਕਿਹਾ, ਦਰਗਾਹ ਵੀ ਕਿਹਾ। ਉੱਥੇ ਜਾ ਕੇ ਫਿਰ ਉਹ ਨਾਲ ਜਿਹੜਾ ਨਾਮ ਹੈ ਉਹ 'ਚ ਆਪਾਂ ਸਮਾਉਣਾ ਹੈ। ਗੁਰ ਸ਼ਬਦ ਸਮਾਵੈ, ਉਹ ਹੈ ਸ਼ਬਦ ਗੁਰੂ। ਉਹਦੇ ਵਿੱਚ ਆਤਮਾ ਇੱਕ ਹੋ ਕੇ ਸਮਾ ਸਕਦੀ ਹੈ। ਪਰ ਇਸ ਦਾ ਸੰਸਾਰ 'ਚੋਂ ਹੀ ਹਲੇ ਛੁਟਕਾਰਾ ਨਹੀਂ ਪਾਇਆ। ਗੁਣ ਸਾਡੇ 'ਚ ਕੋਈ ਨਹੀਂ ਪੂਰਨ ਆਪਦੇ ਆਪ ਨੂੰ ਮੰਨ ਲਿਆ, ਉਹ ਤਾਂ ਗਲਤੀ ਕਰ ਲਈ ਭਾਈ ਆਪਾਂ। ਉਹ ਸਰੀਰ ਕਰਕੇ ਪੂਰਨ ਆ ਭਾਈ, ਆਤਮਾ ਤੋਂ ਕੋਰੇ ਬੈਠੇ ਆਪਾਂ। ਨਾਦ ਸਮਾਏ ਲੋ ਰੇ ਸਤਿਗੁਰ ਭੇਟ ਲੈ ਦੇਵਾ। ਸੱਚ ਦਾ ਗਿਆਨ ਜਦੋਂ ਸਾਨੂੰ ਮਿਲਦਾ, ਫਿਰ ਉਹ ਦੇਵਾ ਅੰਤਰਾਤਮਾ ਦੀ ਆਵਾਜ਼ ਇੱਕ ਹੁੰਦੇ ਨੇ। ਜੋਤੀ ਜੋਤ ਮਿਲੀ ਜਲ ਕਾ ਜਲ ਹੁਆ ਰਾਮ, ਸੂਰਜ ਕਿਰਨ ਮਿਲੇ ਸਪੂਰਨ ਥਿਆਰਾ। ਉਸ ਅਵਸਥਾ ਜਾ ਕੇ ਰਾਮ ਜੀਵਾਤਮਾ ਆਪਦੇ ਮੂਲ 'ਚ ਲੈ ਹੋ ਜਾਂਦੀ ਹੈ। ਸੀਤਾ ਕਹਿ ਲਓ ਰਾਮ ਨੂੰ ਮਿਲ ਜਾਂਦੀ ਹੈ। ਰਹਾਓ ਉੱਥੇ ਕੀ ਹੈ ਫਿਰ? ਯਹ ਝਿਲਮਿਲ ਕਾਰ ਦਿਸੰਤਾ ਤੈਂ ਅਨਹਦ ਸ਼ਬਦ ਬਜਾਂਤਾ। ਉੱਥੇ ਨਾਮ ਦੀ ਸਾਨੂੰ ਸੋਝੀ ਹੁੰਦੀ ਹੈ। ਸਾਡੇ ਅੰਦਰੋਂ ਧੁਰਕੀ ਬਾਣੀ ਸੁਣੀ ਜਾਂਦੀ ਹੈ। ਧੁਰਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ। ਉਸ ਅਵਸਥਾ 'ਚ ਜਾ ਕੇ ਸਾਰੀਆਂ ਚਿੰਤਾ ਦਾ ਨਿਵਾਰਨ ਹੁੰਦਾ ਹੈ, ਛੁਟਕਾਰਾ ਹੁੰਦਾ ਹੈ। ਉਹੀ ਤਾਂ ਗੁਰਸਿੱਖ ਨੇ ਜਿਹੜੇ ਭਾਈ ਪਾਰ ਕਰ ਜਾਂਦੇ ਨੇ ਮਾਇਆ। ਗੁਰ ਸ਼ਬਦ ਨਾਲ ਜੁੜ ਕੇ ਪਾਰ ਉਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਆਪਾਂ ਵੀ ਤੇ ਗੁਰ ਪ੍ਰਸਾਦ ਦੀ ਭਾਵ ਗੁਰ ਸ਼ਬਦ ਦੇ ਗਿਆਨ ਦੀ ਪ੍ਰਾਪਤੀ ਕਰਨੀ ਹੈ ਭਾਈ। ਫਿਰ ਹੀ ਆਪਾਂ ਇੱਕ ਹੋਵਾਂਗੇ। ਇੱਕ ਹੋਣ ਤੋਂ ਬਾਅਦ ਆਤਮਾ ਕਰਕੇ ਇੱਕ ਹੋਣਾ, ਆਪਾਂ ਸਰੀਰ ਕਰਕੇ ਆਪਣੇ ਆਪ ਨੂੰ ਪੂਰਨ ਮੰਨ ਲੈਂਦੇ, ਉੱਥੋਂ ਭੁਲੇਖਾ ਖਾ ਜਾਂਦੇ। ਬਾਣੀ ਭੇਖ ਨੂੰ ਨਹੀਂ ਮੰਨਦੀ ਹੈਗੀ। ਭੇਖ ਤਾਂ ਸਰੀਰ ਕਰਕੇ, ਉਸ ਤੋਂ ਕੀ ਮਿਲਣਾ? ਹੰਕਾਰ ਹੀ ਮਿਲਣਾ। ਨਾਨਕ ਤਪੱਸਿਆ ਕਰੇ ਹੰਕਾਰ, ਸਰੀਰ ਕਰਕੇ ਸਾਧਨਾ ਕੀਤੀਆਂ ਸਮਾਧੀਆਂ ਲਈਆਂ, ਕੀ ਮਿਲਿਆ? ਹੰਕਾਰ। ਤੀਰਥ ਕੀਤੇ ਤੀਰਥ ਵਰਤ ਦਾਨ ਕਰ, ਮਨ ਮੇ ਧਰੇ ਗੁਮਾਨ, ਗੁਮਾਨ ਆ ਗਿਆ, ਹੰਕਾਰ ਆ ਗਿਆ ਮਨ ਦੇ ਵਿੱਚ। ਸਭ ਨੇ ਫਲ ਜਾਤ ਹੈ ਜੋ ਕੁੰਚ ਰਸਾਨ। ਜਿਵੇਂ ਹਾਥੀ ਨਹਾ ਕੇ ਲਿਬੜ ਜਾਂਦੇ, ਐਵੇਂ ਮਨ ਦਾ ਸੁਭਾਅ। ਕੀ ਖੱਟਿਆ? ਫਿਰ ਕੁਛ ਵੀ ਨਹੀਂ। ਇਹ ਆਤਮਾ ਕਰਕੇ ਹੈ ਭਾਈ। ਇਹ ਮਨ ਦੀ ਸਮਾਧ ਲਾਉਣੀ ਹੈ, ਇਹ ਅੰਦਰ ਜਾ ਕੇ ਲੱਗਣੀ ਹੈ। ਜੋਤੀ ਜੋਤ ਸਮਾਨੀ ਮੈਂ ਗੁਰ ਪ੍ਰਸਾਦੀ ਜਾਨੀ। ਰਤਨ ਕਮਲ ਕੋਠਰੀ, ਉਹ ਹੈ ਰਤਨਾਂ ਦੀ ਕੋਠੜੀ, ਉਹ ਹੈ ਦੇਵਲੋਕ। ਉੱਥੇ ਫਿਰ ਆਪਣੀ ਭਗਤੀ ਸ਼ੁਰੂ ਹੁੰਦੀ ਹੈ। ਅਗਲਾ ਪੜਾਓ ਆਪਣਾ ਫਿਰ ਪਾਰ ਕਰਨਾ ਆਪਾਂ, ਜਿੱਥੇ ਸੱਚਖੰਡ ਪਹੁੰਚਣਾ। ਫਿਰ ਜਦੋਂ ਬਾਣੀ ਦਾ ਤੁਰਕੀ, ਬਾਣੀ ਦਾ ਨਾਦ ਦਾ ਭਾਵ ਕਹਿ ਲਈਏ, ਕੁਦਰਤ ਦਾ ਭਾਵ ਕਹਿ ਲਈਏ, ਹੁਕਮ ਦਾ ਕਹਿ ਲਈਏ, ਦਰਸ਼ਨ ਹੁੰਦਾ ਹੈ। ਫਿਰ ਉਹਦੇ ਵਿੱਚ ਅਸੀਂ ਸਮਾਉਂਦੇ ਹਾਂ। ਜੋ ਦਰਸ਼ਨ ਹੁੰਦਾ ਉਹ ਤੀਆ ਪਦਾਰਥ ਆਪਣਾ ਨਾਮ। ਜਦੋਂ ਉਹਦੇ ਵਿੱਚ ਲੈ ਹੋ ਜਾਂਦੇ ਹਾਂ, ਫਿਰ ਜਨਮ, ਫਿਰ ਆਤਮਾ ਦਾ ਜਨਮ ਹੁੰਦਾ ਆਪਦੇ ਮੂਲ 'ਚ। ਫਿਰ ਉਹ ਲੈ ਹੋ ਜਾਂਦੀ ਹੈ ਸੱਚਖੰਡ ਦਾ। ਇਹ ਜੀਵਾਸੀ ਬਣ ਜਾਂਦਾ ਹੈ। ਸੱਚਖੰਡ ਵਸੇ ਨਿਰੰਕਾਰ, ਨਿਰੰਕਾਰ ਕੇ ਦੇਸ਼ ਜਾਏ ਤਾਂ ਸੁੱਖ ਲਹੇ ਮਲ। ਆਪਦੇ ਮਹਿਲ ਘਰ 'ਚ ਜਿੱਥੋਂ ਛੱਡ ਕੇ ਆਇਆ ਸੀ, ਫਿਰ ਉੱਥੇ ਪਹੁੰਚ ਜਾਂਦਾ ਧਿਆਨ ਕਰਕੇ। ਧਿਆਨ ਕਰਕੇ ਇੱਥੇ ਆਇਆ ਹੋਇਆ ਹੈ, ਉੱਥੇ ਹੀ ਹੈ ਇਹ। ਹੁਣ ਅਸੀਂ ਸਰੀਰ ਨਾਲ ਜੁੜ ਗਏ, ਸੰਸਾਰ ਨਾਲ, ਚੇਤਨਾ ਦੇ ਮਾਇਆ ਨਾਲ ਰਿਸ਼ਤੇ ਪੈ ਗਏ, ਭੁੱਲ ਗਏ ਅਸੀਂ। ਭੁੱਲਿਆਂ ਗੁਰ ਦੇ ਸਮਝਾਏ, ਹੁਣ ਗੁਰ ਨੇ ਸਾਨੂੰ ਫਿਰ ਸਮਝਾ ਦੇਣਾ, ਕਿਰਪਾ ਰਹਿਮਤ ਕਰ ਦੇਣੀ ਹੈ। ਫਿਰ ਅਸੀਂ ਆਪਦੇ ਘਰ ਚਲੇ ਜਾਣਾ। ਪਰ ਜੇ ਅਸੀਂ ਗੁਰੂ ਭਗਤਾਂ ਦੇ ਦਸਾਏ ਰਾਹ 'ਤੇ ਚੱਲਾਂਗੇ ਤਾਂ ਭਾਈ ਇਹ ਪ੍ਰਾਪਤੀ ਹੋਊਗੀ। ਮੈਂ ਗੁਰ ਪ੍ਰਸਾਦੀ ਜਾਨੀ, ਰਤਨ ਕੰਬਲ ਕੋਠਰੀ, ਚਮਕਾਰ ਵੀਜਲ ਤਹੀਂ। ਜਿਵੇਂ ਬਿਜਲੀ ਚਮਕਦੀ ਹੈ, ਸਾਨੂੰ ਆਕਾਸ਼ ਦੇ ਵਿੱਚ ਕਿੰਨੀ ਦੂਰ ਤੱਕ ਦੀ ਜਾਂਦਾ ਹੈ। ਇਵੇਂ ਇਹ ਗੁਰ ਸ਼ਬਦ ਦਾ ਗਿਆਨ ਪ੍ਰਕਾਸ਼ ਰੂਪ ਗੁਰਬਾਣੀ ਜਗ ਮੇ ਚਾਨਣ, ਕਰਮ ਵਸੇ ਮਨ ਆਏ, ਕਿਰਪਾ ਨਾਲ ਮਨ 'ਚ ਵਸਦੀ ਹੈ ਪ੍ਰਕਾਸ਼ ਰੂਪ। ਸਾਨੂੰ ਦੂਰ ਦੇਸੀ ਸਾਡੀ ਹੋ ਜਾਂਦੀ ਹੈ, ਦੂਰ ਤੱਕ ਸਾਨੂੰ ਲੋਕ ਤੇ ਪਰਲੋਕ ਦੀ ਸੋਝੀ ਹੋ ਜਾਂਦੀ ਹੈ। ਇਹ ਐਸਾ ਗੁਰ ਸ਼ਬਦ ਦਾ ਗਿਆਨ ਤੁਰਕੀ ਬਾਣੀ ਤੱਕ ਸਾਨੂੰ ਲੈ ਜਾਂਦਾ ਹੈ। ਅੱਗੇ ਕੀ ਸਮਝਾਉਂਦੇ ਆ ਭਗਤ ਜੀ? ਜਿਹੜੇ ਇੱਥੇ ਪਹੁੰਚਦੇ ਨੇ ਨੇੜੇ, ਉਹ ਕੀ ਕਹਿੰਦੇ ਆ? ਬਹੁਤ ਨੇੜੇ ਹੈ ਭਾਈ, ਨਾ ਹੀ ਦੂਰ। ਦੂਰ ਨਹੀਂ ਹੈਗਾ, ਦੂਰ ਤਾਂ ਬਣਿਆ ਰਹਿੰਦਾ ਹੈ। ਅਸੀਂ ਬਾਹਰ ਮੁਖੀ ਜੀਵ ਹਾਂ, ਬਾਹਰ ਭਾਲਦੇ ਰਹਿੰਦੇ ਹਾਂ, ਬਾਹਰ ਮਿਲਣਾ ਨਹੀਂ ਸਾਨੂੰ। ਜਿਹੜੀ ਚੀਜ਼ ਸਾਡੀ ਖੋਈ ਨਹੀਂ, ਕਿੱਥੋਂ ਮਿਲੂਗੀ? ਅਸੀਂ ਉਹਨੂੰ ਲੱਭਦੇ ਫਿਰਦੇ ਹਾਂ। ਖੋਈ ਤਾਂ ਅਸੀਂ ਆਪ ਸੀ, ਆਪਦੇ ਆਪ ਨੂੰ ਲੱਭੇ ਹੀ ਨਹੀਂ ਅਸੀਂ। ਨੇੜੇ ਨਾ ਹੀ ਦੂਰ, ਨਿਜ ਆਤਮੇ ਰਿਹਾ ਭਰਪੂਰ। ਨਿਜ ਬਹੁਤ ਨੇੜੇ, ਮਨ ਦੇ ਨਾਲ ਹੀ ਭਰਪੂਰ ਤੋਂ ਭਾਵ ਸਰਵ-ਵਿਆਪੀ, ਸਾਰੀ ਜਗ੍ਹਾ। ਨਿਜ ਆਤਮੇ ਰਿਹਾ ਭਰਪੂਰ, ਮਨ ਦੇ ਨਾਲ ਹੀ, ਆਤਮੇ ਤੋਂ ਭਾਵ ਮਨ ਦੇ ਨਾਲ ਹੀ। ਜੈ ਅਨਹਤ ਸੂਰ ਅਜਾਰਾ, ਉੱਥੇ ਅਜਾਰਾ ਹੁੰਦਾ। ਜਿਵੇਂ ਸੂਰਜ ਦਾ ਜਿਹੜਾ ਪ੍ਰਕਾਸ਼ ਹੈ, ਜਦੋਂ ਚੜ੍ਹਦਾ ਹੈ, ਹਨੇਰਾ ਕਿੱਥੇ ਚਲਿਆ ਜਾਂਦਾ ਹੈ ਭਾਈ? ਰਜਨੀ ਕਿੱਥੇ ਚਲੀ ਜਾਂਦੀ ਹੈ? ਰਾਤ
ਲੱਭਦੀ ਹੀ ਨਹੀਂ ਹੈਗੀ। ਇਵੇਂ ਸਾਡੇ ਅੰਦਰ ਅਗਿਆਨਤਾ ਖਤਮ ਹੋ ਜਾਂਦੀ ਹੈ ਜਦੋਂ ਅਸੀਂ ਹੁਕਮ ਨਾਲ ਜੁੜ ਜਾਂਦੇ ਹਾਂ। ਤਹਿ ਦੀਪਕ ਜਲੇ ਸੰਸਾਰ ਆ, ਉੱਥੋਂ ਪਤਾ ਲੱਗਦਾ ਹੈ ਵੀ ਉਹ ਨਾਮ ਰੂਪੀ ਦੀਪਕ ਨਾਲ ਸਾਰਾ ਸੰਸਾਰ ਜਗਮਗਾ ਰਿਹਾ, ਉਹਦੀ ਕਿਰਪਾ ਨੇ ਸਾਰਾ ਸੰਸਾਰ ਚੱਲ ਰਿਹਾ। ਉਸ ਅਵਸਥਾ 'ਚ ਜਾ ਕੇ ਬਾਣੀ ਸਮਝੀ ਜਾਂਦੀ ਹੈ, ਉਚਾਰੀ ਜਾਂਦੀ ਹੈ। ਪਰ ਅਸੀਂ ਤਾਂ ਗੁਰੂ ਘਰਾਂ ਜਾ ਕੇ ਉਹ ਗੁਰੂ ਭਗਤਾਂ ਨੂੰ ਉਪਦੇਸ਼ ਕਰਨ ਲੱਗ ਗਏ ਜਿਨ੍ਹਾਂ ਨੇ ਸਾਰੀ ਸ੍ਰਿਸ਼ਟੀ ਨੂੰ ਪ੍ਰੇਰਿਆ ਔਰ ਧਰਮਾਂ ਨੂੰ ਸਮਝਾਇਆ, ਅਤੇ ਸਾਨੂੰ ਮਿਲਣਾ ਕੀ ਸੀਗਾ? ਕਰਾਈ ਪੈਣਾ ਸੀ ਅਸੀਂ ਭਾਈ। ਬਿਨ ਤੁਧ ਜੇ ਹੋਰ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੇ, ਨਾਮ ਸੰਤੋਖੀ ਉਤਰੇ ਮਨ ਕੀ ਭੁੱਖ। ਮਨ ਦੀ ਭੁੱਖ ਨਾਮ ਸੀ, ਮੰਗਣ ਲੱਗੇ ਮਾਇਆ। ਗੁਰ ਪ੍ਰਸਾਦੀ ਜਾਣਿਆ ਜਾਂ ਨਾਮਾ ਸਹਿ ਸਮਾਨਿਆ। ਇਹ ਗੁਰ ਪ੍ਰਸਾਦ, ਗੁਰੂ ਦੇ ਗਿਆਨ ਤੋਂ ਬਿਨਾਂ ਨਹੀਂ ਖੇਲ ਸਮਝ ਆਉਣੀ ਭਾਈ। ਆਪਾਂ ਪ੍ਰਾਪਤੀ ਕਰਨੀ ਹੈ। ਭਗਤ ਜੀ ਕਹਿੰਦੇ ਨਾਮੇ ਨੇ ਫਿਰ ਨਾਮਾ ਰੂਪ ਹੋ ਗਿਆ। ਨਾਮਦੇਵ ਨਹੀਂ ਰਿਹਾ, ਨਾਮਾ ਰੂਪ ਹੋ ਗਿਆ, ਹੁਕਮ ਰੂਪ ਹੋ ਗਿਆ। ਹੁਕਮ ਸਮਾ ਗਿਆ। ਸਹਿ ਸਮਾਨ ਤੋਂ ਭਾਵ ਵਿੱਚ ਲੈ ਹੋ ਗਿਆ, ਇੱਕ ਹੋ ਗਏ ਆਤਮਾ ਕਰਕੇ। ਆਪਾਂ ਵੀ ਤਾਂ ਪਾਈਏ ਪ੍ਰਾਪਤੀ ਕਰਨੀ। ਆਓ ਸਾਰੇ ਮਿਲ ਕੇ ਜੋ ਭਗਤ ਜੀ ਨੇ ਸਮਝਾਇਆ ਇਹ ਅਵਸਥਾ ਪ੍ਰਾਪਤ ਕਰੀਏ। ਆਪਾਂ ਵੀ ਆਪਦੇ ਘਰ ਪਹੁੰਚੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।